ਵਾਹਿਗੁਰੂ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪਿਆਦ ਸਚ ਜੁਗਾਦ ਸਚ ਹੈ ਹੀ ਸਚ ਨਾਨਕ ਹੋਸੀ ਪੀ ਸਚ ਸੋ ਸਤਿਗੁਰ ਪੂਰਾ ਤਨ ਧਨ ਹੈ 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 ਸਤਿਗੁਰ ਪੂਰਾ ਤਨ ਹੈ ਸਤਿਗੁਰ ਪੂਰਾ ਤਨ ਸਤਿਗੁਰ ਪੂਰਾ ਧਨ ਹੈ ਜਪੋ ਜੀ ਸਤਿਗੁਰ ਪੂਰਾ ਧਨ ਧਨ ਹੈ ਉਹ ਸਤਿਗੁਰ ਪੂਰਾ ਧਨ ਧਨ ਹੈ ਸੋ ਸਤਿਗੁਰ ਪੂਰਾ ਧਨ ਧਨ ਹੈ ਸੋ ਸਤਿਗੁਰ ਪੂਰਾ ਧਨ ਹੈ ਧਨ ਧਨ ਹੈ ਧਨ ਧਨ ਹੈ ਧਨ ਧਨ ਹੈ ਧਨ ਹੈ ਧਨ 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 ਧਨ ਹੈ ਸੋ ਸਤਿਗੁਰ ਪੂਰਾ ਧਨ ਹੈ ਸੋ ਸਤਿਗੁਰ ਪੂਰਾ ਧਨ ਧਨ ਹੈ ਸਤਿਗੁਰ ਪੂਰਾ ਧਨ ਧਨ ਹੈ ਸਤਿਗੁਰ ਪੂਰਾ ਧਨ ਧਨ ਹੈ
प्रीत में मिलिए सतगुर प्रीत में जिन हमें विचों मारी जिन हमें विचों जाई जिन हमें विचों मारी जिन हमें तन तन है तन तन है तन तन है तन तन है सो सतगुर पूरा तन तन है सो सतगुर पूरा तन तन है सतगुर पूरा तन तन है सतगुर पूरा तन तन है वाहिगुरु 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 सब जपियो जी कोई रसना वाली न रहे सो सतगुर पूरा तन तन है जिन हर उपदेश दे सब सृष्ट सवारी नित जपियो संत हो राम नाम और जल बितारी गुर पूरे हर उपदेशिया गुर बिटड़े हो हाँ सतवारी वाहिगुरु 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 वाहिगुरु
ਸਤਿਗੁਰ ਪੂਰਾ ਧਨ ਧਨ ਹੈ, ਸੋ ਸਤਿਗੁਰ ਪੂਰਾ ਧਨ ਧਨ ਹੈ, ਸੋ ਸਤਿਗੁਰ ਪੂਰਾ ਧਨ ਧਨ ਹੈ, ਸਤਿਗੁਰ ਪੂਰਾ ਧਨ ਧਨ ਹੈ, 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 ਸੋ ਸਤਿਗੁਰ ਪੂਰਾ 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 ਧਨ ਧਨ ਹੈ, ਸਾਰੀ ਸੰਗਤ ਬੋਲਿਓ ਜੀ, ਸੋ ਸਤਿਗੁਰ ਪੂਰਾ ਵਾਹ ਵਾਹ ਵਾਹ, ਸੋ ਪੂਰਾ ਸਾਰੇ ਕਿਰਪਾ ਕਰੋ ਇੱਕ ਵਾਰੀ ਬੋਲ ਪੋ, ਸਤਿਗੁਰ ਪੂਰਾ ਧਨ ਧਨ ਹੈ, ਸੋ ਸਤਿਗੁਰ ਪੂਰਾ ਧਨ ਧਨ ਹੈ, ਸੋ ਸਤਿਗੁਰ ਪੂਰਾ ਜੁਗੋ ਜੁਗੋ ਟਲ ਸ਼ਬਦ ਸਰੂਪ ਰਾਜਨ ਰਾਜ ਪਾਨਨ ਪਾਨ ਦੇਵਾਨ ਦੇ ਉਪਮਾ ਮਹਾਨ, ਹਾਜ਼ਰਾ ਹਜ਼ੂਰ ਜ਼ਹਿਰਾ ਸ਼ਹੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰ ਜੀ ਦੀ ਪਾਵਨ ਪਵਿੱਤਰ ਉੱਚੀ ਅਤੇ ਸੁੱਚੀ ਗੋਦ ਦਾ ਨਿਕ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਭਾਗਾਂ ਵਾਲੇ ਹੋ। ਅੱਜ ਇਸ ਮਹਾਨ ਪਵਿੱਤਰ ਸਥਾਨ ਦੇ ਉੱਤੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਰਣਜੋਤ ਸਿੰਘ ਜੀ, ਜਿਨ੍ਹਾਂ ਨੇ ਜੀਵਨ ਲਾਇਆ ਹੋਇਆ ਹੈ, ਮਹਾਨ ਘਾਲਣਾ ਹੈ ਅਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ, ਜੋ ਗੁਰਮਤਿ ਦੇ ਮਿਸ਼ਨ ਨੂੰ ਬਹੁਤ ਉਦਮ ਨਾਲ ਉਤਸ਼ਾਹ ਨਾਲ ਸੰਗਤਾਂ ਦੇ ਹਿਰਦਿਆਂ ਤੱਕ ਲੈ ਕੇ ਜਾ ਰਹੇ ਹਨ। ਇਸ ਪਵਿੱਤਰ ਸਥਾਨ ਦੇ ਉੱਤੇ ਸਿੱਖ ਪੰਥ ਦੇ ਮੋਢੀ, ਜਿਨ੍ਹਾਂ ਨੇ ਸਿੱਖੀ ਦੀ ਨੀਂਹ ਰੱਖੀ, ਮਹਾਨ ਗੁਰੂ, ਮਹਾਨ ਰਹਿਬਰ, ਮਹਾਨ ਪੀਰ, ਮਹਾਨ ਅਵਤਾਰ, ਜਿੰਨੇ ਵੀ ਸ਼ਬਦ ਕਹਿ ਲਈਏ ਉਨੇ ਹੀ ਥੋੜੇ ਹਨ। ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ, ਹਜੂਰ ਦੇ
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਸ ਪੁਰਬ ਨੂੰ ਮਨਾਉਂਦਿਆਂ ਹੋਇਆਂ ਬੜੇ ਹੀ ਪਿਆਰ ਨਾਲ ਸਮਾਗਮ ਦੀ ਰਚਨਾ ਕੀਤੀ ਹੈ। ਸ਼ਬਦ ਰੂਪੀ ਮਹਾਨ ਗੰਗਾ ਵਹਾਈ ਹੈ, ਨਾਮ ਦੇ ਦੀਵੇ ਬਾਲੇ ਹਨ। ਉਹ ਸ਼ਬਦ ਦੀ ਲੋ, ਉਹ ਸ਼ਬਦ ਦਾ ਪ੍ਰਕਾਸ਼ ਲੈਣ ਵਾਸਤੇ ਆਪ ਸਭ ਇਕੱਤਰ ਹੋਏ ਹੋ। ਦਾਸ ਨੂੰ ਵੀ ਮੌਕਾ ਮਿਲਿਆ ਹੈ ਆਪ ਸਾਰੀ ਸੰਗਤ ਦੇ ਵਿੱਚ ਬਹਿ ਕੇ ਕੁਝ ਸਮਾਂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀਆਂ ਸਿਫਤ ਸਲਾਹਾਂ, ਉਹਨਾਂ ਦੀਆਂ ਬਾਤਾਂ ਕਰਨ ਦਾ ਅਸੀਸ ਦਿਓ। ਜਿੰਨਾ ਕੁ ਟਾਈਮ ਹੈ, ਜਿੰਨਾ ਕੁ ਸਮਾਂ ਹੈ, ਮੈਂ ਤੁਹਾਡੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਕੁਝ ਬਾਤ ਕਰ ਸਕਾਂ। ਕਰੋ ਕਿਰਪਾ ਸਾਰੇ। ਹਾਜ਼ਰੀ ਲਵਾਉਂਦਿਆਂ ਹੋਇਆਂ ਰਸਨਾ ਨੂੰ ਮਿੱਠਾ ਕਰੋ, ਮਿਲ ਕੇ ਉਚਾਰਨ ਕਰੋ। ਸਭ ਆਖੋ ਜੀ ਸਤਿਨਾਮ। ਇੱਕ ਵਾਰੀ ਫਿਰ ਆਖੋ ਜੀ ਸਤਿਨਾਮ। ਕਿਹੜੀਆਂ ਕਿਹੜੀਆਂ ਬਾਤਾਂ, ਕਿਹੜੀਆਂ ਕਿਹੜੀਆਂ ਗੱਲਾਂ, ਕਿਹੜੇ ਕਿਹੜੇ ਜੋਜ, ਜਿਨ੍ਹਾਂ ਨੂੰ ਵਰਤਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆ ਨੂੰ ਇੱਕ ਰਾਹ ਦਿਖਾਇਆ, ਇੱਕ ਮਾਰਗ ਦਿਖਾਇਆ। ਕਿਹੜੀਆਂ ਕਿਹੜੀਆਂ ਬਾਤਾਂ ਬਿਆਨ ਕਰੀਏ। ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਇੱਕ ਮਿਸ਼ਰੀ ਕਹਿ ਦਈਏ, ਸਮੁੰਦਰ ਕਹਿ ਦਈਏ, ਜਿੱਧਰੋਂ ਮਰਜੀ ਚੁੱਭੀ ਮਾਰ ਲਓ। ਮਿਸ਼ਰੀ ਦਾ ਪਹਾੜ ਹੈ, ਜਿੱਧਰੋਂ ਚੱਖੋਗੇ ਮਿੱਠੀ ਹੈ, ਮਿਠਾਸ ਹੈ। ਇੱਕ ਐਸੀ ਖੁਸ਼ਬੂ ਹੈ, ਬਗੀਚਾ ਲੱਗਿਆ ਹੋਵੇ ਫੁੱਲਾਂ ਦਾ, ਕਿਸੇ ਪਾਸਿਓਂ ਤੁਸੀਂ ਉਧਰ ਆ ਜਾਓ, ਤੁਹਾਨੂੰ ਖੁਸ਼ਬੂ ਹੀ ਲੱਭੇਗੀ। ਇਸ ਤਰ੍ਹਾਂ ਦਾ ਹੀ ਜੀਵਨ ਹੈ ਗੁਰੂ ਨਾਨਕ ਸਾਹਿਬ ਜੀ ਦਾ। ਕਿਤੋਂ ਸ਼ੁਰੂ ਕਰ ਲਓ, ਕਿਤੋਂ ਵੇਖ ਲਓ, ਉੱਥੋਂ ਤੁਹਾਨੂੰ ਗੁਣ ਲੱਭਣਗੇ, ਉੱਥੋਂ ਤੁਹਾਨੂੰ ਇੱਕ ਜੀਵਨ ਦਾ ਰਾਹ ਦਿਖਾਈ ਦੇਵੇ, ਉਧਰੋਂ ਤੁਹਾਨੂੰ ਰੌਸ਼ਨੀ ਮਿਲੇਗੀ, ਉਧਰੋਂ ਹੀ ਤੁਹਾਨੂੰ ਉਹ ਮਹਾਨ ਸਿਧਾਂਤ ਮਿਲਣਗੇ ਜੀਵਨ ਦੇ, ਜਿਨ੍ਹਾਂ ਦੇ ਉੱਤੇ ਚੱਲ ਕੇ ਆਪਾਂ ਆਪਣੇ ਮਕਸਦ ਨੂੰ ਪੂਰਾ ਕਰ ਸਕਦੇ ਹਾਂ। ਇਸ ਦੁਨੀਆ ਤੇ ਆਏ ਆ, ਕੋਈ ਮਕਸਦ ਤਾਂ ਹੈਗਾ। ਕੱਲਾ ਖਾਣ ਲਈ ਤਾਂ ਆਏ ਨਹੀਂ, ਪਹਿਨਣ ਲਈ ਤਾਂ ਆਏ ਨਹੀਂ, ਕੱਲਾ ਕੋਈ ਮਕਸਦ ਹੈ। ਉਸ ਮਕਸਦ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਅੰਦਰ ਦਰਸਾਇਆ। ਕੁਝ ਨਾ ਕੁਝ, ਕੋਈ ਨਾ ਕੋਈ, ਕਿਸੇ ਨਾ ਕਿਸੇ ਤਰੀਕੇ ਨਾਲ ਜਗਾਉਣਾ ਹੀ ਹੁੰਦਾ। ਰੱਬੀ ਪਿਆਰਿਆਂ ਨੂੰ ਆਵਾਜ਼ ਮਾਰ ਕੇ ਵੀ ਜਗਾਇਆ ਜਾ ਸਕਦਾ, ਹਲੂਣਾ ਦੇ ਕੇ ਵੀ ਜਗਾਇਆ ਜਾ ਸਕਦਾ, ਛੱਟੇ ਮਾਰ ਕੇ ਵੀ ਜਗਾਇਆ ਜਾ ਸਕਦਾ। ਪਾਣੀ ਤੇ ਛੱਟੇ ਵੀ ਮਾਰਦੇ ਆ। ਏਦਾਂ ਹੀ ਰਹਿਬਰ ਬੋਲਦੇ ਨੇ, ਏਦਾਂ ਹੀ ਗੁਰੂ ਹੁੰਦੇ ਨੇ, ਪੀਰ ਹੁੰਦੇ। ਕਦੇ ਉਹ ਬੋਲਾਂ ਨਾਲ ਜਗਾਉਂਦੇ ਨੇ, ਕਦੇ ਹਲੂਣਾ ਦਿੰਦੇ, ਕਦੇ ਛੱਟੇ ਮਾਰ ਕੇ ਜਗਾਉਂਦੇ ਨੇ। ਜਦੋਂ ਸੌਂ ਜਾਂਦੀ ਹੈ ਖਲਕਤ, ਜਦੋਂ ਸੰਸਾਰ ਬਹੁਤ ਜ਼ਿਆਦਾ ਬੇਹੋਸ਼ੀ ਵਿੱਚ ਹੋ ਜਾਏ, ਸੌਂ ਜਾਏ,
ਉਦੋਂ ਫਿਰ ਉਹਨਾਂ ਨੂੰ ਛੱਟੇ ਮਾਰਨੇ ਪੈਂਦੇ ਆ, ਖੂਨ ਦੇ ਛੱਟੇ ਵੀ ਮਾਰੇ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਬੋਲੋ ਸ਼ੇਰੀ ਬੋਲਾਂ ਨਾਲ ਜਗਾਇਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ। ਹਲੂਣਾ ਦਿੱਤਾ ਪੰਚਮ ਪਾਤਸ਼ਾਹ ਜੀ ਨੇ, ਤਤੀ ਤਵੀ ਤੇ ਬੈਠ ਕੇ ਦਿੱਤਾ। ਇੱਕ ਹਲੂਣਾ ਸੀ, ਤੇਰਾ ਕੀ ਆ ਮਿੱਠਾ ਲਾਗਾ। ਹਰ ਨਾਮ ਪਦਾਰਥ ਐਦਾਂ ਵੀ ਜਪਿਆ ਜਾ ਸਕਦਾ ਹੈ। ਛੱਟੇ ਮਾਰੇ ਜਦੋਂ ਬਹੁਤ ਜ਼ਿਆਦਾ ਬੇਹੋਸ਼ੀ ਵੀ ਨਹੀਂ ਉੱਠ ਰਹੇ, ਗਹਿਰੀ ਨੀਂਦ ਵਿੱਚ ਸੌਂ ਗਏ, ਐਸੇ ਛੱਟੇ ਮਾਰੇ। ਕਿਤੇ ਪਿਤਾ ਨੂੰ ਭੇਜਿਆ, ਉਹ ਇਤਿਹਾਸ ਅੱਗੇ ਆ ਰਿਹਾ। ਗੁਰੂ ਤੇਗ ਬਹਾਦਰ ਮਹਾਰਾਜ ਦਾ ਉਹ ਸ਼ਹੀਦੀ ਪੁਰਬ ਅੱਗੇ ਸੰਗਤ ਨੇ ਮਨਾਉਣਾ, ਪਰ ਅੱਜ ਜੋ ਮਨਾ ਰਿਹਾ ਮੈਂ ਬੇਨਤੀ ਕਰਦਾ ਧੰਨ ਗੁਰੂ ਨਾਨਕ ਸਾਹਿਬ, ਤੁਸੀਂ ਜਗਾਇਆ, ਤੁਸੀਂ ਰਾਹ ਵਿਖਾਇਆ। ਕੱਲਾ ਵਿਖਾਇਆ ਹੀ ਨਹੀਂ ਰਾਹ, ਤੁਸੀਂ ਤੋਰਿਆ ਫੜ ਕੇ, ਤੁਸੀਂ ਬਾਂਹ ਤੋਂ ਫੜ ਕੇ ਤੋਰ ਲਿਆ। ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਉਂਗਲ ਫੜ ਕੇ ਤੋਰਦੇ ਨੇ, ਏਦਾਂ ਤੁਸੀਂ ਤੋਰਿਆ ਕੱਲੇ ਕੱਲੇ। ਕਿੱਥੇ ਕਿੱਥੇ ਗਏ ਹੋ, ਰਸਤੇ ਤੇ ਲੈਣ ਵੀ ਚਲੇ ਗਏ ਤੁਸੀਂ। ਗੁਰੂ ਨਾਨਕ ਸਾਹਿਬ ਜੀ ਕੀ ਤੁਹਾਡੀ ਸਿਫਤ ਕਰੀਏ, ਕੀ ਉਪਮਾ ਕਰੀਏ। ਇੱਕ ਧਾਰਨਾ ਪੜ੍ਹ ਲਈਏ ਪਹਿਲਾਂ, ਫਿਰ ਥੋੜੀ ਜਿਹੀ ਬੇਨਤੀ ਕਰਦਾ, ਹੋਰ ਕੁਛ ਮਿੰਟ ਰਹਿ ਗਏ ਨੇ ਆਪਾਂ। ਆਓ ਸਾਰਿਆਂ ਦਾ ਪੜੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਏਦਾਂ ਪਹਿਲਾਂ ਪੜ੍ਹ ਲਓ, ਫਿਰ ਅੱਗੇ ਬੇਨਤੀ ਛੋਟੀ ਜਿਹੀ ਕਰਦੀ ਤੁਹਾਡੇ ਨਾਲ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ, 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 ਉਪਦੇਸ਼ ਸ੍ਰੀ ਗੁਰੂ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ, 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 ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਸਾਰੀ ਦੁਨੀਆ ਸਾਰੀ ਜਾਵੇ, ਸਾਰੀ ਦੁਨੀਆ ਨੂੰ ਤਾਰੀ ਜਾਵੇਗੀ ਉਪਦੇਸ਼, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਦੁਨੀਆ ਤਾਰੀ ਜਾਵੇ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਸਾਰੀ ਦੁਨੀਆ ਤਾਰੀ ਜਾਵੇ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਸਾਰੀ ਦੁਨੀਆ ਨੂੰ ਤਾਰੀ ਜਾਵੇ, ਸਾਰੀ ਦੁਨੀਆ ਨੂੰ ਤਾਰੀ ਜਾਵੇਗੀ ਉਪਦੇਸ਼, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਸਾਰੀ ਦੁਨੀਆ ਨੂੰ ਤਾਰੀ ਜਾਵੇ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਸਾਰੀ ਦੁਨੀਆ ਨੂੰ ਤਾਰੀ ਜਾਵੇ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਇੱਕ ਵਾਰੀ ਜਿੰਨੀ ਸੰਗਤ ਇੱਥੇ ਸਜੀ ਹੋਈ ਹੈ ਨਾ, ਸਾਰੇ ਮਿਲ ਕੇ ਆਖੋ ਜੀ ਧੰਨ ਗੁਰੂ ਨਾਨਕ ਸਾਹਿਬ। ਫਿਰ ਇੱਕ ਵਾਰੀ ਆਵਾਜ਼ ਬੁਲੰਦ ਕਰੋ, ਆਖੋ ਜੀ ਧੰਨ ਗੁਰੂ ਨਾਨਕ ਸਾਹਿਬ। ਆਜੋ ਕਰਤਾਰਪੁਰ ਸਾਹਿਬ, ਆਪਣੀਆਂ ਸੁਰਤੀਆਂ ਉੱਥੇ ਲੈ ਚੱਲੋ। ਗੁਰੂ ਨਾਨਕ ਸਾਹਿਬ ਬਿਰਾਜਮਾਨ ਨੇ ਜਦੋਂ ਦੁਨੀਆ ਦਾ ਚੱਕਰ ਲਾ ਕੇ ਕਰਤਾਰਪੁਰ ਸਾਹਿਬ ਬਿਰਾਜਮਾਨ ਹੋਏ, ਗੁਰਸਿੱਖੀ ਸੋ ਥਾਨ ਭਾਲਿਆ, ਲੱਭਣ ਲੱਗੇ ਖੋਜੀ ਵਿਰਾਗੀ ਆਸ਼ਿਕ, ਜਿਨ੍ਹਾਂ ਦੇ ਅੰਦਰ ਸਿੱਖ ਸੀ, ਜਿਨ੍ਹਾਂ ਨੇ ਦਰਸ਼ਨ ਕੀਤੇ, ਜਿਨ੍ਹਾਂ ਨੇ ਬਚਨ ਸੁਣੇ ਸੀ, ਲੱਭਦੇ ਫਿਰਦੇ ਕਰਤਾਰਪੁਰ ਸਾਹਿਬ ਪੁੱਜੇ ਸਾਰੇ। ਉਪਮਾ ਫੈਲੀ,
ਇਸ ਉਪਮਾ ਨੂੰ ਭਾਈ ਲਹਿਣੇ ਨੇ ਵੀ ਸੁਣਿਆ। ਇਹ ਸਾਖੀ ਤੁਸੀਂ ਸੁਣੀ ਹੈ, ਦੁਹਰਾਉਣ ਲੱਗਿਆ, ਤੁਹਾਨੂੰ ਚੇਤੇ ਕਰਾਉਣ ਲੱਗਿਆ। ਲੈਣੇ ਦੇ ਮਨ ਵਿੱਚ ਵੀ ਆਈ, ਮੈਂ ਵੀ ਉਸ ਦਰਸ਼ਨ ਕਰਾਂ ਤਪੇ ਦੇ, ਉਸ ਗੁਰੂ ਦੇ। ਦੇਵੀ ਦਾ ਪਾਸ਼ਕ ਸੀ, ਸੁਣਿਆ ਬੜਾ ਸੀ, ਮਨ ਵਿੱਚ ਐਦਾਂ ਦੀ ਤਸਵੀਰ ਬਣਾਈ ਹੋਈ ਸੀ ਵੀ ਗੁਰੂ ਨਾਨਕ ਸਾਹਿਬ ਜਿਹੜੇ ਹੈ ਨਾ ਵੀ ਜਟਾਧਾਰੀ ਹੋਣਗੇ। ਐਦਾਂ ਕਦੇ ਸੋਚਦਾ ਵੀ ਐਦਾਂ ਦਾ ਲਿਬਾਸ ਹੋਊਗਾ, ਐਦਾਂ ਦੇ ਚੇਨ ਚੱਕਰ ਹੋਣਗੇ। ਇਸ ਤਰ੍ਹਾਂ ਕਦੇ ਕੁਝ ਸੋਚਦਾ ਹੈ, ਕਦੇ ਕੁਝ ਸੋਚਦਾ ਹੈ, ਮਨ 'ਚ ਤਸਵੀਰਾਂ ਬਣਾਉਂਦਾ ਹੈ, ਘੜਦਾ, ਮਿਟਾ ਦਿੰਦਾ, ਫਿਰ ਨਹੀਂ ਐਦਾਂ ਦੇ ਹੋਣਗੇ। ਫਿਰ ਕੋਈ ਬਚਨ ਸੁਣਦਾ ਹੈ, ਕੋਈ ਗੱਲ ਸੁਣਦਾ ਹੈ, ਹੁਣ ਐਦਾਂ ਦੇ ਹੋਣਗੇ। ਕਿਆਸਕਾਰੀਆਂ ਸੋਚਾਂ, ਪਰ ਇੱਕ ਖਿੱਚ ਹੈ, ਦਰਸ਼ਨ ਕਦੋਂ ਹੋਣ, ਦੀਦਾਰ ਕਦੋਂ ਹੋਣ। ਉਹ ਸਮਾਂ ਬਣਿਆ ਜਦੋਂ ਸੰਗ ਲੈ ਕੇ ਜਵਾਲਾ ਦੇਵੀ ਜੀ ਦੇ ਦਰਸ਼ਨ ਕਰਨ ਵਾਸਤੇ ਆਪਣੇ ਪਿੰਡੋਂ ਤੁਰਿਆ। ਬਿਲਕੁਲ ਕਰਤਾਰਪੁਰ ਸਾਹਿਬ ਦੇ ਜਦੋਂ ਲਾਗੇ ਆਇਆ, ਉੱਥੇ ਨਾਲ ਦੇ ਸੰਗੀਆਂ ਸਾਥੀਆਂ ਨੂੰ ਆਖਿਆ, ਤੁਸੀਂ ਰੁਕੋ, ਮੈਂ ਗੁਰੂ ਨਾਨਕ ਦੇ ਦਰਸ਼ਨ ਕਰਕੇ ਆਇਆ। ਉਹ ਸਾਰੇ ਰੁਕੇ ਤੇ ਭਾਈ ਲਹਿਣਾ ਜਿਹੜਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਸਾਹਿਬ ਵਾਲੇ ਪਾਸੇ ਨੂੰ ਰਵਾਨਾ ਹੋਇਆ। ਬਹੁਤ ਮਨ ਵਿੱਚ ਪ੍ਰਬਲ ਇੱਛਾ ਹੈ, ਪਿਆਸ ਹੈ ਦਰਸ਼ਨ ਦੀ। ਆਨੰਦ ਵੀ ਉਦੋਂ ਹੀ ਆਉਂਦਾ ਦਰਸ਼ਨ ਦਾ ਜਦੋਂ ਪਿਆਸ ਹੋਵੇ, ਭੁੱਖ ਲੱਗੀ ਹੋਵੇ, ਭੋਜਨ ਦੇ ਛਕਣ ਦਾ ਆਨੰਦ ਉਦੋਂ ਆਉਂਦਾ ਹੈ। ਪਿਆਸ ਲੱਗੀ ਹੋਵੇ ਫਿਰ ਪਾਣੀ ਜਿੱਦਾਂ ਦਾ ਮਰਜ਼ੀ ਹੋਵੇ, ਬੋਲੋ ਸ਼੍ਰੀ। ਪਿਆਸ ਲੱਗੀ ਹੋਣੀ ਚਾਹੀਦੀ ਹੈ। ਜੇ ਪਿਆਸ ਨਾ ਲੱਗੀ ਹੋਵੇ ਤੁਸੀਂ ਸ਼ਰਬਤ ਦੇ ਦਿਓ, ਅਗਲਾ ਕਿਤੇ ਛਕਦਾ ਪੀਂਦਾ, ਗਲਾਸ ਉੱਥੇ ਰੱਖ ਦਿਓ। ਪਿਆਸ ਲੱਗੀ ਹੋਵੇ ਫਿਰ ਬਰਤਨ ਵੀ ਨਹੀਂ ਵੇਖਦਾ ਕੋਈ, ਮਿਲ ਜੇ। ਭੁੱਖ ਲੱਗੀ ਹੋਵੇ ਫਿਰ ਇਹ ਨਹੀਂ ਵੇਖੀਦਾ ਪ੍ਰਸ਼ਾਦਾ ਵੀ ਸਬਜ਼ੀ ਬਣੀ ਹੋਵੇ, ਦਾਲ, ਜਿੱਦਾਂ ਦਾ ਹੈ ਜੀ ਲਿਆਓ। ਸੱਚ ਜਾਣਿਓ, ਜਿਸ ਦਿਨ ਗੁਰੂ ਦੇ ਦਰਸ਼ਨਾਂ ਦੀ ਤੁਹਾਨੂੰ ਪਿਆਸ ਲੱਗ ਗਈ, ਉਸ ਦਿਨ ਆਨੰਦ ਆਵੇਗਾ ਗੁਰੂ ਦੇ ਦੀਦਾਰ ਦਾ। ਬੋਲੋ ਸ੍ਰੀ। ਉਸ ਦਿਨ ਆਨੰਦ ਆਏਗਾ ਜਿੱਦਣ ਤੁਹਾਡੇ ਅੰਦਰ ਸਿੱਖ ਪੈਦਾ ਹੋ ਗਈ, ਖਿੱਚ ਪੈਦਾ ਹੋ ਗਈ। ਆਹੀ ਸੰਗਤ ਹੈ, ਆਹੀ ਦਰਬਾਰ ਹੈ, ਇੱਥੇ ਤੁਹਾਨੂੰ ਫਿਰ ਉਹ ਆਨੰਦ ਆਉਣਾ। ਤੁਸੀਂ ਕਹੋਗੇ ਸੱਚਮੁੱਚ ਸੁਣਿਆ ਸੀ ਆਨੰਦ, ਆਨੰਦ ਸਭ ਲੋਕੀ ਕਹੇ ਅੱਜ ਮਾਣਿਆ, ਅੱਜ ਪਤਾ ਲੱਗਿਆ ਵੀ ਆਨੰਦ ਏਦਾਂ ਦਾ ਹੁੰਦਾ ਹੈ। ਆਜੋ ਮੈਂ ਨੇੜੇ ਲਾਵਾਂ ਆਪਣੀ ਗੱਲ। ਲੈਣਾ ਸੋਚਦਾ ਜਾ ਰਿਹਾ ਸੀ, ਧੰਨ ਗੁਰੂ ਨਾਨਕ ਸਾਹਿਬ ਅੱਗੋਂ ਹੋ ਕੇ ਸਤਿਗੁਰੂ ਕੋਟ ਪਿੰਡਾ ਆਗੇ ਹੋਏ ਨੇ। ਜਾ ਆਵਾਜ਼ ਮਾਰੀ, ਭਾਈ ਕਿੱਧਰ ਜਾਣਾ, ਕਿੱਧਰ ਚੱਲਿਆ? ਉਹ ਕਹਿਣ ਲੱਗਾ ਜੀ ਮੈਂ ਦਰਸ਼ਨ ਕਰਨੇ ਨਾਨਕ ਦੇ। ਅੱਗੋਂ ਪੁੱਛਿਆ ਲੈਣੇ ਨੇ, ਬਜ਼ੁਰਗੋ ਕਿੱਧਰ ਹੈ? ਕਰਤਾਰਪੁਰ ਸਾਹਿਬ। ਕਿੱਥੇ ਰਹਿੰਦਾ ਨਾਨਕ? ਗੁਰੂ ਨਾਨਕ ਸਾਹਿਬ ਕਹਿੰਦੇ ਆ ਮੈਂ ਤੈਨੂੰ ਲੈ ਚੱਲਾਂ, ਆ ਚੱਲ ਮੈਂ ਤੈਨੂੰ ਉੱਥੇ ਪਹੁੰਚਾਵਾਂ। ਘੋੜੀ ਦੇ ਉੱਤੇ ਚੜੇ ਹੋਏ ਸੀ ਭਾਈ ਲਹਿਣਾ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਘੋੜੀ ਦੀ ਵਾਗ ਫੜ ਲੈ, ਪ੍ਰੇਮੀਆਂ ਆ ਵਾਗ ਫੜਾ ਮੇਰੇ ਹੱਥ 'ਚ। ਬੋਲੋ ਸ਼੍ਰੀ। ਵਾਗਾ ਹੱਥ 'ਚ ਫੜੀਆਂ ਬਾਬੇ ਨੇ, ਅੱਗੇ ਅੱਗੇ ਤੁਰ ਪਿਆ। ਗੱਲਾਂ ਕਰਦਾ ਜਾਂਦਾ, ਬਾਤਾਂ ਕਰਦਾ ਜਾਂਦਾ। ਬਾਤ ਸ਼ਬਦ ਬਹੁਤ ਆਇਆ ਬਾਣੀ 'ਚ। ਕਹੋ ਨਾਨਕ ਕਰਦੇ ਕੀਆਂ ਬਾਤਾਂ, ਮੇਰੇ ਹਰ ਪ੍ਰੀਤਮ ਕੀ। ਬਹੁਤ ਸ਼ਬਦ ਸਾਡੇ ਕੋਲੋਂ ਵਿਸਰ ਗਏ, ਸਾਡੀ ਬੋਲੀ ਚੋਂ ਨਿਕਲਦੇ ਜਾ ਰਹੇ ਨੇ। ਜੇ ਤੁਸੀਂ ਆਪਣਾ ਵਿਰਸਾ ਜਿਉਂਦਾ ਰੱਖਣਾ ਚਾਹੁੰਦੇ ਹੋ, ਜੇ ਤੁਸੀਂ ਆਪਣੀ ਬੋਲੀ ਜਿਉਂਦੀ ਰੱਖਣੀ ਚਾਹੁੰਦੇ ਹੋ, ਮੈਂ ਤੁਹਾਨੂੰ ਇੱਕ ਅਰਜ਼ ਕਰਦਾ ਸੰਗਤ ਜੀ, ਬਾਣੀ ਪੜ੍ਹਨੀ ਸ਼ੁਰੂ ਕਰ ਦਿਓ। ਬਾਣੀ ਵਿੱਚ ਤੁਹਾਡਾ ਵਿਰਸਾ ਪਿਆ, ਤੁਹਾਡੀ ਬੋਲੀ ਪਈ ਹੈ, ਤੁਹਾਡੇ ਅੱਖਰ ਪਏ ਨੇ, ਤੁਹਾਡਾ ਜੀਵਨ ਪਿਆ, ਤੁਹਾਡੀ ਜ਼ਿੰਦਗੀ ਪਈ ਹੈ।
ਸੱਚ ਆਖਾਂ ਬਾਣੀ ਵਿੱਚ ਤੁਹਾਡਾ ਪਰਿਵਾਰ ਵੀ ਬੈਠਾ ਹੈ। ਬੋਲੋ ਸ਼੍ਰੀ ਕੀ ਨਹੀਂ ਮਿਲਦਾ ਇੱਥੇ? ਬਹੁਤ ਕੁਝ ਹੈ। ਸ਼ੁਰੂ ਕਰ ਦੋ। ਜਿਹੜੇ ਪੜ੍ਹਦੇ ਆ ਭਾਈ ਬਾਣੀ ਉਹਨਾਂ ਨੂੰ ਸਿਜਦੇ ਐ, ਸਿਰ ਝੁਕਦਾ ਹੈ। ਫਿਰ ਹੋਰ ਟੁੱਬੀ ਲਾਓ, ਹੋਰ ਖੋਜੋ, ਹੋਰ ਸ਼ਬਦ ਮੈਲੇ। ਜਿਹੜੇ ਨਹੀਂ ਲੱਗੇ 550 ਸਾਲ ਹੈ, ਅੱਜ ਤੋਂ ਸ਼ੁਰੂ ਕਰ ਲਓ। ਜਿਹੜੇ ਨਹੀਂ ਲੱਗੇ ਅੱਜ ਤੱਕ, ਜ਼ਰੂਰੀ ਨਹੀਂ ਵੀ ਕੋਈ ਅੰਮ੍ਰਿਤਧਾਰੀ ਹੋਵੇ ਉਹੀ ਬਾਣੀ ਪੜ੍ਹੇਗਾ, ਕੋਈ ਵੀ ਪੜ੍ਹ ਸਕਦਾ ਹੈ। ਦੇਖੋ ਜਰਾ ਪੜ੍ਹ ਕੇ, ਇਹਦੇ 'ਚ ਤੁਹਾਨੂੰ ਬਹੁਤ ਕੁਝ ਲੱਭੇਗਾ। ਜਿਵੇਂ ਸਾਗਰ ਵਿੱਚ ਡੁੱਬੀ ਮਾਰੀਏ ਨਾ, ਹੁਣ ਸਮੁੰਦਰ ਕਿੱਡਾ ਵੱਡਾ ਹੁੰਦਾ ਹੈ, ਉਹੀ ਸਮੁੰਦਰ ਹੈ। ਉੱਥੇ ਲੋਕੀ ਸਿੱਪੀਆਂ ਚੁੱਕ ਕੇ ਲੰਘ ਜਾਂਦੇ ਨੇ, ਕੰਢਿਆਂ ਤੋਂ ਸੰਖ ਚੁੱਕ ਕੇ ਤੁਰ ਪੈਂਦੇ ਨੇ। ਸਮੁੰਦਰ ਉਹੀ ਹੈ, ਮੱਛੀਆਂ ਫੜ ਕੇ ਲੈ ਜਾਂਦਾ ਹੈ। ਸਮੁੰਦਰ ਉਹੀ ਹੈ, ਇੱਕ ਚੁੱਪੀ ਮਾਰਦਾ ਹੈ, ਉੱਥੋਂ ਮਾਣਕ ਮੋਤੀ ਕੱਢ ਲਿਆਉਂਦਾ ਹੈ। ਬੋਲੋ ਸ਼੍ਰੀ ਵੇਖਿਆ ਜੇ ਬਾਣੀ ਸਮੁੰਦਰ ਹੈ। ਤੁਸੀਂ ਲੈ ਕੇ ਕੀ ਜਾਣਾ ਇੱਥੋਂ? ਇਹ ਤੁਹਾਡੀ ਸੋਚ ਤੇ, ਤੁਹਾਡੀ ਸੋਚ ਕੀ ਖੋਜ ਕੇ ਲੈ ਕੇ ਜਾਣਾ ਹੈ। ਸਿੱਪੀਆਂ ਘੋਗੇ ਚੁੱਕ ਕੇ ਲੈ ਕੇ ਜਾਣੇ, ਮੱਛੀਆਂ ਪਕੜਨੀ ਕਿ ਮਾਣਕ ਮੋਤੀ ਕੱਢਣੇ? ਬਹੁਤ ਕੁਝ ਮਿਲੇਗਾ ਤੁਹਾਨੂੰ ਬਾਣੀ ਚੋਂ। ਹਾਂ, ਗੁਰੂ ਨਾਨਕ ਸਾਹਿਬ ਬਾਤਾਂ ਕਰਦੇ ਲੈ ਗਏ ਕਰਤਾਰਪੁਰ ਸਾਹਿਬ। ਅੱਜ ਕਿਰਪਾ ਹੋਈ ਹੈ, ਲਾਂਘਾ ਖੁੱਲ ਗਿਆ। ਇਸ ਖੁਸ਼ੀ 'ਚ ਇੱਕ ਜਕਾਰਾ ਹੋਰ ਚੜ੍ਹਦੀ ਕਲਾ ਨਾਲ ਗਜਾਓ। ਅਰਦਾਸਾਂ ਪੂਰੀਆਂ ਹੋਈਆਂ ਪੰਥ ਦੀਆਂ, ਅੱਜ ਤੱਕ ਅਰਦਾਸਾਂ ਕਰਦੇ ਸੀ, ਹੋਰ ਵੀ ਖੁੱਲ ਜਾਣਗੇ, ਮਹਾਰਾਜ ਕਿਰਪਾ ਕਰਨਗੇ। ਅਗਲੇ ਸਥਾਨਾਂ ਤੇ ਵੀ ਪਹੁੰਚਾਂਗੇ ਕਦੇ ਆਪਾਂ। ਥੋੜਾ ਪੈਂਡਾ ਤਾਂ ਤੈਅ ਹੋਇਆ ਨਾ, ਜਿਹੜਾ ਸ਼ੁਰੂ ਕੀਤਾ ਸੀ। ਇੱਥੇ ਘੋੜੀ ਬਣ, ਉਹ ਸਾਹਮਣੇ ਬੈਠੇ ਨੇ, ਲੈੜੇ ਨੇ ਘੋੜੀ ਬੰਨੀ, ਜੋੜੇ ਲਾਏ, ਹੱਥ ਪੈਰ ਧੋਤੇ, ਅੰਦਰ ਗਿਆ। ਜਾ ਕੇ ਵੇਖਿਆ ਤੇ ਉਹੀ ਬਾਬਾ ਜਿਹੜਾ ਮੈਨੂੰ ਲੈ ਕੇ ਆਇਆ। ਹੈਰਾਨ ਹੋ ਗਿਆ। ਮੈਂ ਤੇ ਸੋਚਿਆ ਸੀ ਕਿਤੇ ਗੱਦੀਆਂ ਲੱਗੀਆਂ ਹੋਣਗੀਆਂ, ਐਦਾਂ ਦਾ ਆਹ ਪੋਸ਼ਾਕ ਪਾਈ ਹੋਗੀ, ਜਾਂ ਕਦੇ ਸੋਚਦਾ ਸੀ ਵੀ ਉਹ ਕਿਤੇ ਸਮਾਧੀ ਲਾ ਕੇ ਬੈਠਾ ਹੋਣਾ। ਮੈਨੂੰ ਨਹੀਂ ਸੀ ਪਤਾ ਵੀ ਸਾਡੇ ਤੋਂ ਕੋਈ ਤੁਰਿਆ ਫਿਰਦਾ ਹੈ। ਜਾ ਕੇ ਪਹਿਲਾਂ ਚਰਨਾਂ ਤੇ ਸਿਜਦਾ ਕੀਤਾ, ਨਮਸਕਾਰ ਕੀਤੀ, ਹੱਥ ਜੋੜੇ, ਮੁਆਫੀ ਮੰਗੀ। ਮਹਾਰਾਜ ਮੁਆਫ ਕਰੋ, ਮੈਂ ਤੁਹਾਨੂੰ ਪਛਾਣਿਆ ਨਹੀਂ। ਪਹਿਲੀ ਵਾਰ ਮਲਾਪ ਸੀ। ਮੁਸਕਰਾਏ। ਕੈਸੀ ਖੁਸ਼ੀ ਸੀ ਉਸ ਮੁਸਕਰਾਹਟ 'ਚ। ਦੁਨੀਆ ਹੱਸਦੀ ਹੈ, ਕਿਸੇ ਤੇ ਹੱਸਦੀ ਹੈ, ਪਰ ਜਦੋਂ ਬਾਬਾ ਹੱਸਦਾ ਹੈ, ਮੈਂ ਵੇਖਿਆ ਵੀ ਕੋਈ ਹੱਸਦਾ ਤੇ ਦੂਸਰੇ ਰੋ ਪੈਂਦੇ ਨੇ। ਉਹ ਕਹਿੰਦੇ ਸਾਡੇ ਤੇ ਹੱਸੇ, ਪਰ ਜਦੋਂ ਬਾਬਾ ਹੱਸਦਾ ਹੈ ਸਾਰੀ ਖਲਕਤ ਹੱਸ ਪੈਂਦੀ ਹੈ। ਬੋਲੋ ਸ਼੍ਰੀ ਬਾਬਾ ਬੋਲਦਾ ਹੈ, ਲੋਕੀ ਕਹਿੰਦੇ ਨੇ ਸਾਡੇ ਮਨ ਦੀਆਂ ਬਾਤਾਂ ਕਹਿ ਗਿਆ, ਸਾਡੇ ਦਿਲ ਦੀਆਂ ਗੱਲਾਂ ਕਹਿ ਗਿਆ। ਹਾਂ, ਮੁਸਕਰਾਏ। ਕਹਿਣ ਲੱਗੇ, ਪਹਿਲੀ ਗੱਲ ਕਹੀ ਬਾਬੇ ਨੇ, ਤੇਰਾ ਨਾਮ ਕੀ ਹੈ? ਕਹਿੰਦੇ ਲੈਣਾ। ਫੇਰ ਕੀ ਹੋਇਆ? ਜੇ ਘੋੜੀ ਤੇ ਚੜਿਆ, ਜਿਨ੍ਹਾਂ ਨੇ ਲੈਣਾ ਹੁੰਦਾ ਉਹ ਘੋੜੀਆਂ ਤੇ ਚੜ ਕੇ ਆਉਂਦੇ ਨੇ। ਪਹਿਲਾ ਵਚਨ ਹੈ। ਹੁਣ ਬਾਬੇ ਨੇ ਦੂਸਰੀ ਗੱਲ ਕਹੀ ਹੈ ਜਿਹੜੀ ਸਾਰਿਆਂ ਲਈ ਸਾਂਝੀ ਹੈ। ਬਾਬਾ ਕਹਿਣ ਲੱਗਿਆ, ਫਿਰ ਲੈਣਿਆ ਇੱਕ ਗੱਲ ਦੱਸ, ਉੱਥੋਂ ਜਿੱਥੋਂ ਤੈਨੂੰ ਮਿਲਿਆ ਉਸ ਥਾਂ ਤੋਂ ਆ ਕਰਤਾਰਪੁਰ ਸਾਹਿਬ ਤੱਕ ਤੈਨੂੰ ਕਿਵੇਂ ਲੈ ਕੇ ਆਇਆ, ਜਾਂ ਤੂੰ ਕਿਵੇਂ ਆਇਆ? ਲੈਣੇ ਆਖਿਆ, ਬਾਬਾ ਮੈਂ ਘੋੜੀ ਤੇ ਸਵਾਰ ਸੀ, ਤੂੰ ਅੱਗੇ ਅੱਗੇ ਤੁਰਿਆ ਜਾਂਦਾ ਸੀ, ਘੋੜੀ ਦੀਆਂ ਵਾਗਾਂ ਤੇਰੇ ਹੱਥ ਵਿੱਚ ਸਨ। ਧਿਆਨ ਰੱਖਿਆ ਜੇ। ਨੁਕਤਾ ਕਹਿਣ ਲੱਗਿਆ ਤੁਹਾਨੂੰ, ਜੋ ਬਾਬੇ ਨੇ ਸਮਝਾਇਆ, ਮੇਰਾ ਨਹੀਂ, ਉਹ ਗੱਲ ਕਹਿਣ ਲੱਗਾ। ਜਦੋਂ ਉੱਥੋਂ ਮੈਂ ਲੈ ਕੇ ਆਇਆ ਤੈਨੂੰ, ਘੋੜੀ ਤੇ ਸਵਾਰ ਸੀ। ਘੋੜੀ ਦੀ ਲੋੜ ਪੈਂਦੀ ਹੈ, ਸਵਾਰੀ ਦੀ ਲੋੜ ਪੈਂਦੀ ਹੈ ਸੰਗਤ ਜੀ। ਘੋੜੀ ਦੀਆਂ ਵਾਗਾਂ ਲੈਣਾ ਕਹਿੰਦਾ, ਬਾਬਾ ਤੇਰੇ ਹੱਥ ਵਿੱਚ ਸਾਨੂੰ। ਬਾਬਾ ਬੋਲਿਆ, ਫਿਰ ਲੈਣਿਆ ਹੁਣ ਇੱਕ ਕੰਮ ਹੋਰ ਕਰ,
ਸਾਰੀ ਸੰਗਤ ਧਿਆਨ ਦਿਓ, ਬੋਲੋ ਸਤਨਾਮ। ਫੇਰ ਬੋਲਿਆ ਜੇ ਸਤਨਾਮ। ਇੱਕ ਵਾਰੀ ਫੇਰ ਆਖੋ ਜੀ ਸਤਨਾਮ। ਫੇਰ ਸੁਣੋ ਧਿਆਨ। ਬਾਬਾ ਕਹਿਣ ਲੱਗਿਆ ਹੁਣ ਸੁਣ ਲੈਣਿਆ, ਜਿਵੇਂ ਘੋੜੀ ਦੀਆਂ ਵਾਗਾਂ ਤੂੰ ਮੇਰੇ ਹੱਥ 'ਚ ਫੜਾਈਆਂ, ਮੈਂ ਤੈਨੂੰ ਕਰਤਾਰਪੁਰ ਸਾਹਿਬ ਲੈ ਕੇ ਆਇਆ। ਹੁਣ ਇੱਕ ਕੰਮ ਕਰ, ਹੁਣ ਸਰੀਰ ਰੂਪੀ ਘੋੜੇ ਦੀਆਂ ਮਨ ਰੂਪੀ ਵਾਗਾਂ ਵੀ ਮੇਰੇ ਹੱਥ 'ਚ ਫੜਾ ਦੇ। ਬੋਲੋ ਸ਼੍ਰੀ। ਜਿਵੇਂ ਉਸ ਘੋੜੀ ਦੀਆਂ ਵਾਗਾਂ ਤੂੰ ਹੱਥ 'ਚ ਫੜਾਈਆਂ, ਮੈਂ ਇੱਥੋਂ ਤੱਕ ਲੈ ਆਇਆ। ਰਾਤ ਪੁੱਛਣਾ ਨਹੀਂ ਪਿਆ, ਮੁੜ ਕੇ ਦੇਖਣਾ ਨਹੀਂ ਪਿਆ ਕਿੱਧਰ ਨੂੰ ਜਾਣਾ, ਸਿੱਧਾ ਇੱਥੇ ਲੈ ਕੇ ਆਇਆ। ਸਰੀਰ ਰੂਪੀ ਘੋੜਾ ਮਨ ਦੀਆਂ ਵਾਗਾਂ ਫੜਾ ਦੇ। ਪਹਿਲਾਂ ਕਰਤਾਰਪੁਰ ਲੈ ਕੇ ਆਇਆ, ਇੱਕ ਵਾਰੀ ਵਾਗ ਮਨ ਦੀ ਫੜਾ, ਤੈਨੂੰ ਕਰਤਾਰ ਨਾਲ ਵੀ ਮਿਲਾ ਦਾਂਗਾ। ਬਸ ਐਨੀ ਗੱਲ ਸੀ। ਲੈਣਾ ਉਸੇ ਦਿਨ ਧੰਨ ਗੁਰੂ ਨਾਨਕ ਸਾਹਿਬ ਦਾ ਮਰੀਦ ਹੋ ਗਿਆ, ਚਰਨਾਂ ਤੇ ਸਿਰ ਰੱਖ ਦਿੱਤਾ। ਬਾਬਾ ਮਨ ਦੀ ਕਿਹੜੀ ਗੱਲ ਹੈ, ਅੱਜ ਤਨ ਵੀ ਤੇਰੇ ਹਵਾਲੇ ਹੈ ਤੇ ਮਨ ਵੀ ਤੇਰੇ ਹਵਾਲੇ ਹੈ। ਤਨ ਵੀ ਤੇਰਾ, ਤਨ ਮਨ ਧਨ ਸਭ ਸੌਂਪ ਗੁਰ ਕੋ। ਹੁਕਮ ਮੰਨਿਆ ਹੁਣ ਕੋ, ਜੋ ਹੁਕਮ ਕਹੇਗਾ ਸਿਰ ਮੱਥੇ ਹੈ। ਸਾਰਾ ਕੁਝ ਤੇਰੇ ਹੁਕਮ, ਸਾਰਾ ਕੁਝ ਹੀ ਤੇ ਸੱਚੀ ਮੁੱਚੀ। ਐਸਾ ਮੱਥਾ ਟੇਕਿਆ, ਐਸੀ ਨਮਸਕਾਰ ਕੀਤੀ। ਅੱਜ ਪਹਿਲਾ ਦਿਨ ਸੀ ਲੈਣੇ ਦਾ, ਪਹਿਲੀ ਦਵਾ ਸੀ। ਐਸਾ ਕੌਤਕ ਵਰਤਿਆ ਕਿ ਲੈਣਾ ਜਿਹੜਾ ਸੀ ਨਾ ਉਹ ਬਾਬੇ ਦਾ ਹੀ ਹੋ ਗਿਆ। ਬੋਲੋ ਸ਼੍ਰੀ। ਮੈਂ ਸੋਚਦਾ ਵੀ ਲੈਣਾ ਪਹਿਲੀ ਵਾਰ ਆਇਆ, ਪਹਿਲੀ ਵਾਰ ਨਮਸਕਾਰ ਕਰਕੇ ਸਾਰਾ ਕੁਝ ਭੇਟ ਕਰ ਗਿਆ। ਅਸੀਂ ਕਿੰਨੀ ਵਾਰੀ ਆਏ ਆ ਬਾਬੇ ਕੋਲ, ਆਈ ਜਾ ਸਾਰਾ ਕੁਝ ਨਾਲ ਹੀ ਲੈ ਜੀਦਾ, ਮਨ ਵੀ ਨਾਲ ਹੀ ਲੈ ਜੀ। ਆਓ ਆਏ ਆ, ਜੇ ਤਨ ਆਇਆ ਹੈ ਮਨ ਵੀ ਬਾਬੇ ਨੂੰ ਦੇ ਦੋ। ਫਿਰ ਦੇ ਕੇ ਦੇਖੋ ਇੱਕ ਵਾਰੀ। ਮਨ ਦਿੱਤਾ ਸੀ ਲੈਣੇ ਸੀ, ਤਨ ਭੇਟਾ ਕੀਤਾ। ਉਹੀ ਧਰਤੀ ਹੈ, ਉਹੀ ਥਾਂ ਹੈ ਜਿਸ ਦਿਨ ਲੈਣਾ ਅੱਜ ਮੱਥਾ ਟੇਕਣ ਲੱਗਿਆ, ਬਾਬੇ ਨੇ ਸਿਰ ਤੇ ਹੱਥ ਰੱਖ ਦਿੱਤਾ। ਬੋਲੋ ਸ਼੍ਰੀ। ਅੱਜ ਨਾ ਮੱਥਾ ਟੇਕੀ, ਇੱਕੋ ਦਿਨ ਆਇਆ, ਅੱਜ ਨਾ ਮੱਥਾ ਟੇਕੀ। ਬਾਬਾ ਕੀ ਗੱਲ, ਉੱਠੇ ਆਪਣੇ ਆਸਣ ਤੋਂ, ਇੱਥੇ ਬੈਠ, ਇੱਥੇ ਬਹਿ ਜਾ। ਅੱਖਾਂ ਚੋਂ ਜਲ ਆਇਆ, ਬਾਬਾ ਤੇਰੀ ਥਾਂ ਤੇ ਉਹ ਲੈਣਿਆ। ਹੁਣ ਫਰਕ ਕੀ ਰਹਿ ਗਿਆ? ਬੋਲੋ ਸ਼ੇਰੀ। ਇੱਥੇ ਤੂੰ ਮਨ ਦਿੱਤਾ ਹੈ, ਤਨ ਦਿੱਤਾ ਹੈ, ਜੇ ਤੂੰ ਦਿੱਤਾ ਹੈ ਅੱਜ ਬਾਬੇ ਨੇ ਵੀ ਦੇਤਾ ਹੈ। ਦੇ ਕੇ ਤਾਂ ਵੇਖੋ ਇੱਕ ਵਾਰ, ਜੇ ਤੂੰ ਮੇਰਾ ਹੋਏ ਰਿਹਾ ਸਭ ਜਗ ਤੇਰਾ, ਸਭ ਜਗ ਇੱਥੇ ਪਰਵਾਹ ਨਹੀਂ ਕੀਤੀ। ਬਿਠਾ ਕੇ ਪਹਿਲਾਂ ਬਾਬੇ ਨੇ ਨਮਸਕਾਰ ਕੀਤੀ ਹੈ। ਲੈਣਿਆ ਬਾਬਾ ਇਹ ਕੀ ਕਰਦਾ ਹੈ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਲੈਣਾ ਕੀ ਕਰਦਾ ਸੀ ਪਹਿਲਾਂ? ਕਹਿੰਦੇ ਲੈਣਾ ਹੱਥ ਜੋੜ ਕੇ ਖੜਦਾ ਸੀ, ਬਾਬਾ ਆਸਣ ਤੇ ਬਹਿੰਦਾ ਸੀ। ਲੈਣਾ ਸਿਜਦੇ ਕਰਦਾ, ਲੈਣਾ ਬਚਨ ਮੰਨਦਾ, ਲੈਣਾ ਸੇਵਾ ਕਰਦਾ। ਬਾਬਾ ਕਹਿੰਦਾ ਅੱਜ ਵੀ ਉਹ ਕੁਝ ਹੋਇਆ ਹੈ, ਅੱਜ ਤੂੰ ਬਾਬਾ ਨਾਨਕ ਹੈ ਤੇ ਲੈਣਾ ਮੈਂ ਹਾਂ। ਬੋਲੋ ਸ਼੍ਰੀ। ਲੈਣਾ ਅੱਗੇ ਵੀ ਚਰਨਾਂ 'ਚ ਖਲੋਂਦਾ ਸੀ, ਲੈਣਾ ਅੱਜ ਵੀ ਖਲੋਤਾ ਹੈ। ਗੱਲ ਉੱਥੇ ਇਹੋ ਜਿਹਾ ਜਿਨ੍ਹਾਂ ਨੇ ਮੰਨਿਆ, ਜਿਨ੍ਹਾਂ ਨੇ ਸੁਣਿਆ, ਜਿਹੜੇ ਕੋਲ ਆਏ, ਬਾਬੇ ਨੇ ਭੇਦ ਨਹੀਂ ਰੱਖਿਆ, ਆਪਣੇ ਸਰੂਪ ਬਣਾ ਲਏ, ਆਪਣੇ ਵਰਗੇ ਹੀ ਬਣਾ ਲਏ, ਭੇਦ ਨਹੀਂ ਰਿਹਾ ਉਹਨਾਂ ਦੇ ਵਿੱਚ ਕੋਈ। ਆਓ ਸੰਗਤ ਜੀ ਜੁੜੇ ਆ ਉਸ ਰਿਆਦ 'ਚ, ਲੈਣੇ ਵਾਂਗੂ ਜੁੜ ਜਾਈਏ। ਫੇਰ ਵੇਖੋ ਉਹਦੀ ਕਲਾ ਵਰਤਦੀ ਹੈ, ਉਹ ਵਰਤਦਾ ਹੈ, ਵਰਤਦਾ ਰਹੇਗਾ। ਲੋੜ ਹੈ ਸਿਰਫ ਜੁੜਨ ਦੀ, ਲੋੜ ਹੈ ਸਿਰਫ ਇੱਥੇ ਸਮਰਪਣ ਹੋਣ ਦੀ ਲੋੜ ਹੈ। ਜੇ ਕਹਿ ਲਈਏ ਬਾਬਾ
अज तो तेरे है। हाँ आ धारना पढ़ो ऐदा कहिए जी, मैं सब दा हो के, मैं सब दा हो के देख लिया, 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 सब दा हो के देख लिया। एक तेरा गुण बाकी है, एक तेरा गुण बाकी है, मैं सब दा हो के, सब दा हो के देख लिया, तेरा होना बाकी है, मैं सब दा हो के देख लिया, सब दा हो के देख लिया। एक तेरा होना बाकी है, सब दा हो के देख लिया, सब दा हो के देख लिया। वाह लो जिन्ना समा मिलिया सी वो समा पूरा हो गया। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, 2 ਮਿੰਟ ਮੈਂ ਲੈਣੇ ਨੇ ਬਸ ਹੋਰ। ਵਾਹਿਗੁਰੂ ਗੁਰਮੰਤਰ ਦਾ ਆਪਾਂ ਨੇ ਮਿਲ ਕੇ ਜਾਪ ਕਰਨਾ ਹੈ। ਸਾਰੀ ਸੰਗਤ ਦਾ ਦਾਸ ਧੰਨਵਾਦੀ ਹੈ ਔਰ ਮਹਾਂਪੁਰਖ ਸੰਤ ਬਾਬਾ ਰਣਜੋਤ ਸਿੰਘ ਜੀ ਕਿੱਡੀ ਤੀਜੀ ਹੋਈ ਆਤਮਾ, ਤਰਸਦੇ ਰਹੀਦਾ ਐਸੀਆਂ ਰੂਹਾਂ ਦੇ ਵਾਸਤੇ। ਅਰਦਾਸ ਰਹਿੰਦੀ ਹੈ, ਬੇਨਤੀ ਰਹਿੰਦੀ ਹੈ, ਪੰਥ ਅਰਦਾਸ ਕਰਦਾ ਜਿਹੜੀ ਸਹੀ ਪਿਆਰੇ ਮੇਲ ਕਹਿੰਦੇ ਆ ਨਾ ਉਹ ਏਦਾਂ ਦੇ ਪਿਆਰੇ ਰੋਜ਼ ਕਹਿੰਦੇ ਆ ਨਾ ਪਾਤਸ਼ਾਹ ਜੀ ਮਿਲਾਓ ਮਿਲਾਓ, ਸਹੀ ਪਿਆਰੇ हाँ मेरे को शब्द नहीं ऐसे पुरखों के बारे, ऐसे सतपुरखों के बारे कुछ कह सकीए। बैठा होना कई बारी सोचता होना की कहना चाहिए, किदां दे अखर होने चाहिए। वो अखर बन ही नहीं सकते, बस एक भावना तुसी हाँ इन्नी गल है जो तुसी हिरदे चो कह दोगे वो प्रवान हो जाता है। बोलो श्री। लो मैं दूसरी गल मैनू हुक्म होया कुछ कमेंटां दा, धन गुरु नानक साहब जी महाराज ਐਡੀ ਬਖਸ਼ਿਸ਼ ਕੀਤੀ ਭਾਈ ਲਹਿਣੇ ਤੇ। ਇਹੀ ਕਰਤਾਰਪੁਰ ਸਾਹਿਬ ਦੀ ਧਰਤੀ ਮੈਂ ਇਹ ਜਿਹੜੇ ਨਾਮ ਨੇ ਇਹਨਾਂ ਦੇ ਪਿੱਛੇ ਬਹੁਤ ਕੁਝ ਛੁਪਿਆ ਹੋਇਆ। ਉਸ ਕਰਤਾਰਪੁਰ ਦੀ ਧਰਤੀ ਤੇ ਕਿੰਨਿਆਂ ਕੁ ਨੂੰ ਕਰਤਾਰ ਨਾਲ ਜੋੜਿਆ, ਕਿੰਨੇ ਉਸ ਕਰਤਾਰ ਵਿੱਚ ਸਮਾਏ। ਜਦੋਂ ਉਸ ਦਰਬਾਰ ਦੀ ਗੱਲ ਕਰਦੇ ਆ ਸਾਰੇ ਇਕੱਠੇ ਕਰ ਦਿੱਤੇ ਸੀ ਬਾਬੇ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਸਿੱਧਾ ਕੋਲ ਗਿਆ ਸੀ, ਸਿੱਧ ਉੱਥੇ ਪੁੱਜ ਗਏ ਸਾਰੇ। ਬੋਲੋ ਸ਼੍ਰੀ। ਬਾਬੇ ਦੀ ਗੱਲ ਕਹਿਣ ਸਭ ਪਹੁੰਚ ਗਏ, ਸੰਨਿਆਸੀ ਉੱਥੇ ਪੁੱਜ ਗਏ, ਸਭ ਪੁੱਜ ਗਏ ਉੱਥੇ, ਨਾਥ ਉੱਥੇ ਪੁੱਜ ਗਏ। ਕੁਝ ਲੈਣ ਆਏ, ਕੁਝ ਵੇਖਣ ਆਏ, ਕੁਝ ਖੱਟਣ ਆਏ, ਕੁਝ ਸੌਦਾ ਕਰਨ ਆਏ। ਬਾਬੇ ਨੇ ਕਿੱਦਾਂ ਦਾ ਰੰਗ ਬੰਨਿਆ ਕਰਤਾਰਪੁਰ ਦੀ ਧਰਤੀ ਤੇ। ਦੂਸਰੀ ਗੱਲ ਕਹਿਣ ਲੱਗੇ, ਸਿੱਧ ਇਕੱਠੇ ਹੋ ਕੇ ਆਏ, ਕਹਿੰਦੇ ਬਾਬਾ ਦਾ ਵੇਖਿਆ ਸੀ, ਬਾਬਾ ਤਾਂ ਠੀਕ ਹੈ। ਬੋਲੋ ਸ਼੍ਰੀ। ਫੇਰ ਇੱਕ ਵਾਰੀ ਬੋਲੋ ਸ਼੍ਰੀ। ਪਤਾ ਲੱਗਿਆ ਵੀ ਬਾਬੇ ਨੇ ਇੱਕ ਰਚਨਾ ਰਚੀ ਹੈ। ਬੜੇ ਉੱਥੇ ਸੇਵਾਦਾਰ ਰਹਿੰਦੇ ਨੇ, ਸਿੱਧਾਂ ਦੇ ਵੀ, ਜਿਹੜੇ ਸਿੱਧ ਲੋਕ ਸਨ ਉਹਨਾਂ ਦੇ ਵੀ ਚੇਲੇ ਸਨ। ਆ ਜਲੰਧਰ ਨਾਥ ਦਾ ਚੇਲਾ ਸੀ ਗੋਪੀ ਚੰਦ। ਕੱਲੇ ਕੱਲਿਆਂ ਦੀ ਆਪਾਂ ਗੱਲ ਕਰੀਏ, ਸਮਾਂ
होना चाहिए। पता लग्या भी बाबे कोल भी बड़े सेवादार आ गए ने। बाबा दा असीं वेखिया, बाबे नाल ते गल कीती है, बाबा दा पूरा है, ओदे सेवादार वेखिए। बोलो श्री। लोकी किसे दे घरे जांदे है ना, ओदे बच्चियां नूं वेखदे इन्हां दे बच्चे किदां दे है, अनुमान लग जांदा है। ਉਹ ਬੱਚਿਆਂ ਨੂੰ ਵੇਖ ਕੇ ਮਾਪਿਆਂ ਇਹਨਾਂ ਨੇ ਸੰਸਕਾਰ ਕਿੱਦਾਂ ਦੇ ਦਿੱਤੇ ਨੇ। ਲੋਕੀ ਵੇਖਦੇ ਆ ਨਾ ਬੱਚਿਆਂ, ਸਾਰਾ ਕੁਝ ਵੇਖਦੇ ਆ। ਅਰਜ਼ ਕਰਾਂ ਜਿੰਨੀਆਂ ਇੱਥੇ ਭੈਣਾਂ ਬੈਠੀਆਂ ਨੇ, ਤੁਹਾਡੀ ਬੜੀ ਵੱਡੀ ਜ਼ਿੰਮੇਵਾਰੀ ਹੈ। ਜਿਹੜੀਆਂ ਭੈਣਾਂ ਛੋਟੇ ਛੋਟੇ ਬੱਚਿਆਂ ਵਾਲੀਆਂ ਨੇ, ਪ੍ਰਸ਼ਾਦਾ ਘੱਟ ਦੇ ਦਿਓ, ਕੱਪੜੇ ਘੱਟ ਦੇ ਦਿਓ, ਪਰ ਸੰਸਕਾਰ ਦੇ ਦਿਓ। ਬੋਲੋ ਸ਼੍ਰੀ। ਕੱਪੜਿਆਂ ਬਿਨਾਂ ਸਰਜੂ, ਪੈਸਿਆਂ ਬਿਨਾਂ ਵੀ ਸਰਜੂ, ਪਰ ਜੇ ਸੰਸਕਾਰ ਨਾ ਮਿਲੇ ਬੱਚਿਆਂ ਨੂੰ, ਸੁਚੱਜਾ ਜੀਵਨ ਨਾ ਮਿਲਿਆ, ਬਹੁਤ ਵੱਡਾ ਧੋਖਾ ਖਾ ਜਾਣਾ। ਇਕੱਲੇ ਬੱਚੇ ਹੀ ਨਹੀਂ ਖਾਣਗੇ, ਧੋਖਾ ਤੁਹਾਨੂੰ ਵੀ ਮਿਲੇਗਾ। ਹੁਣ ਤੋਂ ਹੀ ਆ ਬੱਚਿਆਂ ਨੂੰ ਰਾਹ ਪਾ ਲਓ। ਜੇ ਤੁਸੀਂ ਕਹੋ ਨਾ ਵੀ ਕਈ ਕਹਿੰਦੇ ਐ ਮੈਨੂੰ ਮਿਲਦੀਆਂ ਭੈਣਾਂ ਮਾਪੇ ਮਿਲਦੇ ਐ ਜੀ ਵੱਡੇ ਹੋ ਕੇ ਲੱਗ ਜਾਣਗੇ, ਨਹੀਂ ਭਾਈ, ਗਲਤ, ਮੈਂ ਸਹਿਮਤ ਨਹੀਂ। ਲਾਓ ਹੁਣ ਤੋਂ, ਹੁਣ ਤੋਂ ਲਾਓ। ਸਿੱਧ ਆ ਗਏ ਸਾਰੇ ਵੇਖਣ ਲਈ। ਕਰਤਾਰਪੁਰ ਸਾਹਿਬ ਆਏ, ਹੁਣ ਜਿਵੇਂ ਲਹਿਣੇ ਨੇ ਵੇਖਿਆ ਸੀ ਬਾਬੇ ਨੂੰ, ਸਿੱਧਾ ਸਾਦਾ ਜਿਹਾ ਸਿੱਧਾ ਨੇ ਵੇਖਿਆ। ਪਹਿਲਾਂ ਸੋਚਿਆ ਸੀ ਵੀ ਬਾਬੇ ਨੇ ਚੇਲੇ ਬਣਾਏ ਹੋਣਗੇ, ਕੁਛ ਅਲੱਗ ਪਹਿਚਾਣ ਹੋਵੇਗੀ, ਪਰ ਜਦੋਂ ਆ ਕੇ ਵੇਖਿਆ ਉੱਤੇ ਪਤਾ ਹੀ ਨਾ ਲੱਗੇ। ਬੋਲੋ ਸ਼੍ਰੀ। ਹਾਜ਼ਰੀ ਦਾ ਸਬੂਤ ਦੇ ਦਿਓ, ਆਖੋ ਸ਼੍ਰੀ। ਬਾਬੇ ਨੂੰ ਕਹਿਣ ਲੱਗੇ, ਕਹਿੰਦੇ ਬਾਬਾ ਤੇਰੇ ਸੇਵਾਦਾਰ ਵੇਖੇ, ਤੇਰੇ ਚੇਲੇ ਵੇਖੇ ਅਸੀਂ, ਉਹਨਾਂ ਨੂੰ ਵੇਖ ਕੇ ਸਾਨੂੰ ਏਦਾਂ ਲੱਗਿਆ ਵੀ ਜਿਵੇਂ ਸ਼ੈਤਾਨ ਹੁੰਦੇ ਨੇ। ਗੁੱਸਾ ਨਹੀਂ ਕੀਤਾ ਬਾਬੇ ਨੇ। ਕਹਿਣ ਲੱਗੇ ਫੇਰ ਤੁਸੀਂ ਚੰਗੀ ਤਰ੍ਹਾਂ ਵੇਖੋ ਕੁਝ ਦਿਨ ਹੋਰ ਰਹਿ ਕੇ। ਫੇਰ ਕਿਉਂਕਿ ਉਹਨਾਂ ਨੂੰ ਵੇਖਿਆ ਹੀ ਤੁਰਦੇ ਫਿਰਦੇ ਕੰਮਕਾਰ ਕਰਦੇ ਵੇਖਿਆ। ਕੁਝ ਦਿਨਾਂ ਬਾਅਦ ਫੇਰ ਗੁਰੂ ਨਾਨਕ ਸਾਹਿਬ ਕੋਲ ਆ ਕੇ ਕਹਿਣ ਲੱਗੇ ਬਾਬਾ ਤੇਰੇ ਸੇਵਾਦਾਰ ਹੁਣ ਨੇੜੇ ਹੋ ਕੇ ਵੇਖਿਆ, ਉਹ ਬਹੁਤ ਭਲੇ ਇਨਸਾਨ ਹਨ। ਬੋਲੋ ਸ਼੍ਰੀ। ਉਹ ਜਦੋਂ ਬੋਲਦੇ ਨੇ, ਜਦੋਂ ਵਿਚਰਦੇ ਨੇ, ਅਸੀਂ ਉਹਨਾਂ ਦੇ ਗੁਣ ਵੇਖੇ ਆ। ਹੁਣ ਪਰਉਪਕਾਰੀ ਬਿਰਤੀ ਹੈ, ਮਦਦ ਕਰਦੇ, ਸੱਚ ਬੋਲਦੇ ਨੇ, ਇਮਾਨਦਾਰ। ਉਹਨਾਂ ਦੇ ਅੰਦਰ ਦਰਦ ਹੈ, ਕਿਸੇ ਨੂੰ ਦੁਖੀ ਨਹੀਂ ਦੇਖ ਸਕਦੇ। ਇਹ ਗੁਣ ਨੇ ਸਾਰੇ ਧਰਮ ਦੇ। ਸੋ ਕਤ ਜਾਣੈ ਪੀਰ ਪਰਾਈ, ਜਾ ਕੇ ਅੰਦਰ ਦਰਦ ਨਾ ਪਾਈ। ਉਹ ਕਿਵੇਂ ਜਾਣ? ਜਿਹਦੇ ਅੰਦਰ ਦਰਦ ਨਹੀਂ, ਕਿਸੇ ਦੀ ਪੀੜ ਨਹੀਂ ਜਾਣ ਸਕਦਾ। ਜਿਹਦੇ ਅੰਦਰ, ਜਿਹਨੇ ਆਪ ਦਰਦ ਹੰਢਾਇਆ ਹੋਵੇ, ਉਸ ਨੂੰ ਪਤਾ ਹੁੰਦਾ ਹੈ ਵੀ ਦੂਸਰਾ ਕਿੰਨਾ ਕੁ ਦੁਖੀ ਹੈ। ਬੋਲੋ ਸ਼੍ਰੀ। ਜਿਹਨੇ ਆਪ ਦਰਦ ਨਹੀਂ ਨਾ ਹੰਢਾਇਆ, ਉਹਨੂੰ ਨਹੀਂ ਪਤਾ ਲੱਗਦਾ ਕਿਸੇ ਦੇ ਦੁੱਖ ਦਾ। ਪਿਆ ਕੋਈ ਰੋਈ ਜਾਵੇ ਕੋਲ ਬੈਠਾ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਪਰ ਜਿਹਨੇ ਦਰਦ ਹੰਢਾਇਆ ਉਹ ਨਹੀਂ ਚੱਲ ਸਕਦਾ। ਉਹ ਅਰਦਾਸਾਂ ਕਰਦਾ ਵੀ ਵੇਖੋ ਇਹ ਪ੍ਰਮਾਤਮਾ, ਇਹ ਧਰਤੀ ਤੇ ਕੋਈ ਦੁਖੀ ਨਾ ਹੋਵੇ। ਇਹ ਨਾਰਾ ਮਾਰਿਆ ਬਾਬੇ ਨੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਬਰੇ। ਕਹਿਦਾ ਸੀ ਭੈਣ ਨਾਨਕੀ ਨੂੰ, ਬੇਬੇ ਮੈਂ ਹੁਣ ਰੁਕ ਨਹੀਂ ਸਕਦਾ ਸੁਲਤਾਨਪੁਰ ਦੀ ਧਰਤੀ ਤੇ, ਮੈਂ ਦੁਨੀਆ ਨੂੰ ਦੁਖੀ ਨਹੀਂ ਦੇਖ ਸਕਦਾ। ਜਿਵੇਂ ਕਿਸੇ ਦੀ ਘਰ ਬੁਝਾਉਣ ਵਾਸਤੇ, ਕਿਸੇ ਦੇ ਘਰ ਦੀ ਅੱਗ ਨੂੰ ਬੁਝਾਉਣ ਵਾਸਤੇ ਲੋਕ ਦੌੜ ਕੇ ਜਾਂਦੇ ਨੇ, ਬਾਬਾ ਕਹਿੰਦਾ ਮੈਂ ਵੇਖਦਾ ਦਿਲਾਂ 'ਚ ਅੱਗ ਲੱਗੀ ਹੋਈ ਹੈ। ਬੋਲੋ ਸ਼੍ਰੀ। ਅੰਦਰ ਮੱਚ, ਘਰ ਦੀ ਅੱਗ ਬੁਝਾਉਣੀ ਸੌਖੀ ਹੈ? ਅੰਦਰ ਅੱਗ ਲੱਗੀ ਹੋਵੇ ਉਹ ਬਾਬੇ ਵਰਗਾ ਬੁਝਾ ਸਕਦਾ। ਕੋਈ ਐਸੇ ਛੱਟੇ ਮਾਰੇ, ਸ਼ਾਂਤ ਕਰ ਦਿੱਤਾ ਸੰਸਾਰ, ਦੁਨੀਆ ਸ਼ਾਂਤ ਕਰ ਦਿੱਤੀ, ਠੰਡ ਪਾ ਦਿੱਤੀ, ਤਪਤ ਕੜਾਹਾ ਬੁਝ ਗਿਓ, ਗੁਰ ਸੀਤਲ ਨਾਮ ਦਿਓ।
मैं नहीं रुक सकता। सिद्ध कहन लगे सी वेख्या इन्हां नूं इहो जे गुण बहुत चंगे इंसान ने। बाबा कहंदा फिर कुछ दिन होर रुको। सिद्ध होर रुके, नेड़े हो के वेख्या उन्हां नूं ते सच्ची मुच्ची जाके सिद्धा ने बाबे दे पैर फड़ ले। बाबा पुछया, बाबे ने पुछया की गल है? सिद्धा रो के आख्या सानू बड़ा माण सी अपने जपां ते अपने तपां ते अपनी भगती ते अपनी जोग दे उत्ते असी अपने जीवन साधे हुए ने, पर अज तुहाडे सेवादार वेखे है उन्हां दे सामने सानू अपनियां साधनावां फिक्कियां फिक्कियां नजर आईयां, छोटियां नजर आईयां। तुहाडे सेवादारां सामने असी छोटे पै गए हां। बाबा कहंदा होया की है? कहंदे भुलेखा खा गए सी पहली बार वेख के, उदों लग्या सी शैतान जे ने शैतानियां जियां करदे ने। थोड़ा जा होर वेख्या सी इंसान लगे सी। बाबा हुण पता लग्या है तेरे सेवादार तां सच्ची मुच्ची भगवान ने। ਇਹੋ ਜਿਹੇ ਉੱਚੇ ਸੁੱਚੇ ਜੀਵਨ ਲੈ ਕੇ ਬੈਠੇ ਗੁਰੂਆਂ ਪੀਰਾਂ ਅਵਤਾਰਾਂ ਦੀ ਇੱਕ ਪਹਿਚਾਣ ਹੁੰਦੀ ਹੈ। ਆਪਣੇ ਵਰਗੇ ਹੀ ਬਣਾ ਲੈਂਦੇ ਨੇ। ਬੋਲੋ ਸ਼੍ਰੀ ਜਿਹੋ ਜਿਹੇ ਆਪ ਹੁੰਦੇ ਨੇ ਉਦਾਂ ਦੇ ਬਣਾ ਲੈਂਦੇ ਨੇ। ਜੈਸਾ ਸੇਵਾ ਤੈਸੋ ਆਪਣੇ ਅੰਦਰ ਝਾਤੀ ਮਾਰੋ। ਆਪਾਂ ਵੀ ਬਾਬੇ ਨਾਲ ਜੁੜੇ ਆ, ਕਿੱਥੇ ਕੁ ਪੁੱਜੇ, ਕਿੰਨਾ ਕੁ ਪੈਂਡਾ ਤੈਅ ਕੀਤਾ ਹੈ, ਅੰਦਰ ਕਿੱਥੋਂ ਤੱਕ ਭਿੱਜਿਆ। ਥੋੜੀ ਜੀ ਝਾਤੀ ਮਾਰੋਗੇ ਤੁਹਾਨੂੰ ਪਤਾ ਲੱਗ ਜਾਊਗਾ, ਤੁਹਾਡੇ ਸਾਹਮਣੇ ਆ ਜਾਣੀ। ਆਪ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਤੁਸੀਂ ਆਪਣੇ ਆਪ ਨੂੰ ਆਪ ਹੀ ਜਾਣਦੇ ਹੋ। ਆਪਾਂ ਆਪ ਹੀ ਜਾਣਦੇ ਹਾਂ ਸਾਰਾ ਕੁਝ। ਆਪਣੇ ਅੰਦਰ ਵੇਖੋਗੇ ਸਿੱਧ ਪਹਿਲੀ ਵਾਰ ਸੀ ਸਿੱਧਾ ਨੇ ਜਦੋਂ ਰੋ ਰੋ ਕੇ ਆਖਿਆ ਸੀ ਬਾਬਾ ਤੁਹਾਡੇ ਸੇਵਾਦਾਰ ਜਿਹੜੇ ਨੇ ਉਹਨਾਂ ਅੱਗੇ ਹੁਣ ਸਾਨੂੰ ਆਪਣਾ ਆਪ ਬੜਾ ਛੋਟਾ ਨਜ਼ਰ ਆਉਂਦਾ। ਬੋਲੋ ਸ਼੍ਰੀ ਸੇਵਾਦਾਰਾਂ ਨੂੰ ਵੀ ਨਮਸਕਾਰ। ਗੁਰੂ ਘਰ ਦੇ ਐਵੇਂ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਵੀ ਬਹੁਤ ਵੱਡੀ ਅਵਸਥਾ ਬਣ ਜਾਂਦੀ ਹੈ। ਕੋਈ ਲੱਗ ਜੇ, ਕੋਈ ਜੁੜ ਜੇ। ਲਓ ਸਾਧ ਸੰਗਤ ਜੀ, ਸਾਰੀ ਸੰਗਤ ਜਿੰਨੀ ਇੱਥੇ ਬੈਠੀ ਹੈ ਆ ਪੜ ਲਓ ਜਿੱਥੋਂ ਮੈਂ ਸ਼ੁਰੂ ਕੀਤਾ, ਕੋਈ ਰਸਨਾ ਰਹਿ ਨਾ ਜਾਏ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ, 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 ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਸਾਰੀ ਦੁਨੀਆ ਨੂੰ ਤਾਰੀ ਜਾਵੇ, ਦੁਨੀਆ ਨੂੰ ਤਾਰੀ ਜਾਵੇ ਜੀ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਸਾਰੀ ਦੁਨੀਆ ਨੂੰ ਤਾਰੀ ਜਾਵੇ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਸਾਰੀ ਦੁਨੀਆ ਨੂੰ ਤਾਰੀ ਜਾਵੇ ਜੀ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਵਾਹਿਗੁਰੂ 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 ਵਾਹਿਗੁਰੂ। ਜਪੋ ਕੋਈ ਰਸਨਾ ਵਾਂਝੀ ਨਾ ਰਹਿ ਜੇ। ਵਾਹਿਗੁਰੂ 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 ਜੀ ਵਾਹਿਗੁਰੂ 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 ਕਰੋ ਕਿਰਪਾ। ਵਾਹਿਗੁਰੂ 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 ਵਾਹਿਗੁਰੂ।
ਹਾਜ਼ਰੀਆਂ ਪ੍ਰਵਾਨ ਕਰੋ। ਧੰਨਵਾਦੀ ਹਾਂ, ਬਹੁਤ ਸਤਿਕਾਰ ਮਿਲਿਆ, ਮਾਣ ਮਿਲਿਆ। ਮਹਾਂਪੁਰਖਾਂ ਦਾ ਮੈਨੂੰ ਹੁਕਮ ਹੈ ਮੇਰਿਆਂ ਦਾ ਵੀ ਸ਼ੁਰੂ ਕਰਨ ਲੱਗਿਆ ਵੀ ਸਮਾਪਤੀ ਵੇਲੇ ਵਾਹਿਗੁਰੂ ਮੰਤਰ ਦਾ ਜਾਪ ਦ੍ਰਿੜ ਕਰਾਉਣਾ ਹੈ। ਇਸ ਕਰਕੇ ਇਹ ਵਾਹਿਗੁਰੂ ਜਪਾਉਣ ਵਾਸਤੇ ਹੀ ਸਾਰੀ ਕਥਾ ਹੁੰਦੀ ਹੈ। ਅਰਦਾਸ ਜਿੰਨੀ ਹੁੰਦੀ ਹੈ, ਜਦੋਂ ਧਿਆਨ ਧਰਿਆ ਜਾਣਾ ਉਦੋਂ ਇਹ ਕਿਹਾ ਜਾਣਾ ਵੀ ਧਿਆਨ ਧਰ ਕੇ ਬੋਲੋ ਸ਼੍ਰੀ ਵਾਹਿਗੁਰੂ। ਬਸ ਐਡੀ ਗੱਲ ਹੈ। ਆ ਚੇਤੇ ਆ ਜਾਏ, ਗੁਰੂ ਕਿਰਪਾ ਕਰੇ। ਲਓ ਸਾਰੀ ਸੰਗਤ ਫਤਿਹ ਗਜਾਇਓ, ਕੋਈ ਰਸਨਾ ਵਾਂਝੀ ਨਾ ਰਹੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।